ਸਤਿ ਸ਼੍ਰੀ ਅਕਾਲ। ਵੀਡੀਓ ਵੇਖਣ ਤੋਂ ਪਹਿਲਾਂ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ। ਅੱਜ ਅਸੀਂ ਸ਼੍ਰੀ ਗੁਰੂ ਅੰਗਦ ਦੇਵ ਜੀ ਅਤੇ ਸ਼੍ਰੀ ਗੁਰੂ ਅਮਰਦਾਸ ਜੀ ਦੇ ਜੀਵਨ ਨੂੰ ਜਾਣਾਂਗੇ। ਸਤਿ ਸ਼੍ਰੀ ਅਕਾਲ। ਆਓ ਬਿਨਾਂ ਦੇਰੀ ਕੀਤਿਆਂ ਸਿੱਧਾ ਅੱਜ ਦੇ ਵਿਸ਼ੇ ਤੇ ਆਉਂਦੇ ਹਾਂ। ਅੱਜ ਦੀ ਇਸ ਖਾਸ ਵਿਆਖਿਆ ਵਿੱਚ ਆਪਾਂ ਇੱਕ ਬਹੁਤ ਹੀ ਦਿਲਚਸਪ ਇਤਿਹਾਸਿਕ ਸਫ਼ਰ ਤੇ ਚੱਲਣ ਵਾਲੇ ਹਾਂ। ਆਪਾਂ ਦੇਖਾਂਗੇ ਕਿ ਕਿਵੇਂ ਇੱਕ ਵਿਸ਼ਾਲ ਧਰਮ ਸਿਰਫ ਆਪਣੇ ਮੁੱਢਲੇ ਸਿਧਾਂਤਾਂ ਤੱਕ ਸੀਮਿਤ ਨਹੀਂ ਰਿਹਾ, ਸਗੋਂ ਇੱਕ ਬਹੁਤ ਹੀ ਮਜ਼ਬੂਤ ਅਤੇ ਵਿਲੱਖਣ ਸੰਸਥਾ ਵਿੱਚ ਕਿਵੇਂ ਬਦਲਿਆ, ਬਿਲਕੁਲ ਇੱਕ ਨੀਂਹ ਤੋਂ ਲੈ ਕੇ ਪੂਰੀ ਇਮਾਰਤ ਖੜੀ ਕਰਨ ਵਾਂਗ। ਆਪਾਂ ਸਿੱਖ ਇਤਿਹਾਸ ਦੇ ਉਸ ਅਹਿਮ ਦੌਰ ਦੀ ਗੱਲ ਕਰਾਂਗੇ ਜਿੱਥੇ ਗੁਰੂ ਸਾਹਿਬਾਨ ਨੇ ਸਿਰਫ ਵਿਚਾਰਾਂ ਨੂੰ ਹੀ ਨਹੀਂ ਸਾਂਭਿਆ, ਸਗੋਂ ਉਹਨਾਂ ਨੂੰ ਲੋਕਾਂ ਦੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਲਈ ਠੋਸ ਅਤੇ ਪੱਕੀਆਂ ਸੰਸਥਾਵਾਂ ਦੀ ਸਿਰਜਣਾ ਕੀਤੀ। ਇਸ ਪੂਰੇ ਸਫ਼ਰ ਨੂੰ ਆਪਾਂ 5 ਮੁੱਖ ਹਿੱਸਿਆਂ ਵਿੱਚ ਵੰਡਿਆ ਹੈ। ਪਹਿਲਾ ਧਰਮ ਦੀਆਂ ਬੁਨਿਆਦਾਂ, ਫਿਰ ਗੁਰੂ ਅੰਗਦ ਦੇਵ ਜੀ ਦਾ ਦੌਰ, ਤੀਜਾ ਇੱਕ ਵੱਖਰੀ ਪਹਿਚਾਣ ਦੀ ਸਿਰਜਣਾ, ਚੌਥਾ ਗੁਰੂ ਅਮਰਦਾਸ ਜੀ ਦਾ ਸਮਾਂ ਅਤੇ ਅਖੀਰ ਵਿੱਚ ਵਿਸਤਾਰ ਤੇ ਸਮਾਜਿਕ ਸੁਧਾਰ। ਬਸ ਇਹਨਾਂ 5 ਪੜਾਵਾਂ ਰਾਹੀਂ ਆਪਾਂ ਪੂਰੀ ਤਸਵੀਰ ਸਮਝਾਂਗੇ। ਤਾਂ ਆਓ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਪਹਿਲੇ ਭਾਗ ਤੋਂ, ਯਾਨੀ ਧਰਮ ਦੀਆਂ ਬੁਨਿਆਦਾਂ। ਜਦੋਂ ਆਪਾਂ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਵੱਲ ਧਿਆਨ ਮਾਰਦੇ ਹਾਂ ਤਾਂ 2 ਸ਼ਬਦ ਬਿਲਕੁਲ ਨੀਂਹ ਦੇ ਪੱਥਰ ਵਾਂਗ ਸਾਹਮਣੇ ਆਉਂਦੇ ਹਨ। ਪਹਿਲਾ ਹੈ ਨਦਰ, ਯਾਨੀ ਪਰਮਾਤਮਾ ਦੀ ਮਿਹਰ, ਅਤੇ ਦੂਜਾ ਹੈ ਸੇਵਾ, ਬਿਨਾਂ ਕਿਸੇ ਸਵਾਰਥ ਦੇ ਦੂਜਿਆਂ ਦੇ ਕੰਮ ਆਉਣਾ। ਇਹ ਤਾਂ ਆਪਾਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੀ ਹਾਂ ਕਿ ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣਾ ਕਿੰਨੇ ਅਹਿਮ ਸਿਧਾਂਤ ਨੇ, ਪਰ ਸਭ ਤੋਂ ਕਮਾਲ ਦੀ ਗੱਲ ਸੀ ਜਾਤ-ਪਾਤ ਤੋਂ ਮੁਕਤ ਸਮਾਜ ਦੀ ਸੋਚ। ਇਹ ਉਸ ਵੇਲੇ ਦੇ ਹਿਸਾਬ ਨਾਲ ਬਹੁਤ ਹੀ ਇਨਕਲਾਬੀ ਨਹੀਂ ਸੀ, ਜਿਸ ਤੇ ਇੱਕ ਨਵੇਂ ਭਾਈਚਾਰੇ ਨੇ ਉਸਰਨਾ ਸੀ। ਹੁਣ ਜ਼ਰਾ ਇਸ ਇਤਿਹਾਸਿਕ ਸਮਾਂ ਰੇਖਾ ਵੱਲ ਨਜ਼ਰ ਮਾਰੋ ਤੇ ਦੇਖੋ ਕਿ ਕਿਵੇਂ ਇਹ ਲਹਿਰ ਅੱਗੇ ਵਧਦੀ ਹੈ। 1469 ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਤੋਂ ਲੈ ਕੇ 1500ਵਿਆਂ ਦੇ ਦਹਾਕਿਆਂ ਵਿੱਚ ਚੀਜ਼ਾਂ ਕਿੰਨੀ ਤੇਜ਼ੀ ਨਾਲ ਅਤੇ ਸੁਚੱਜੇ ਢੰਗ ਨਾਲ ਬਦਲੀਆਂ। 1539, 1552 ਤੇ 1574 ਇਹ ਸਿਰਫ ਸਾਲ ਨਹੀਂ ਨੇ, ਇਹ ਉਹ ਖਾਸ ਮੋੜ ਨੇ ਜਿੱਥੇ ਲੀਡਰਸ਼ਿਪ ਬਹੁਤ ਹੀ ਸਹਿਜ ਅਤੇ ਸਿਰਫ ਯੋਗਤਾ ਦੇ ਆਧਾਰ ਤੇ ਅਗਲੇ ਗੁਰੂ ਸਾਹਿਬਾਨ ਤੱਕ ਪਹੁੰਚੀ, ਜਿਸ ਨੇ ਇਸ ਪੂਰੇ ਢਾਂਚੇ ਨੂੰ ਲਗਾਤਾਰ ਮਜ਼ਬੂਤ ਕੀਤਾ। ਹੁਣ ਆਪਾਂ ਪਹੁੰਚਦੇ ਹਾਂ ਦੂਜੇ ਭਾਗ ਤੇ, ਜੋ ਕਿ ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਦੇ ਦੌਰ ਬਾਰੇ ਹੈ। ਇਸ ਜਾਣਕਾਰੀ ਵਿੱਚ ਜੋ ਸਭ ਤੋਂ ਦਿਲਚਸਪ ਗੱਲ ਹੈ ਉਹ ਇਹ ਹੈ ਕਿ ਗੁਰੂ ਅੰਗਦ ਦੇਵ ਜੀ ਦਾ ਜੀਵਨ ਕਿੰਨੇ ਅਹਿਮ ਮੀਲ ਪੱਥਰਾਂ ਨਾਲ ਭਰਿਆ ਹੋਇਆ ਹੈ। 1504 ਵਿੱਚ ਉਹਨਾਂ ਦਾ ਜਨਮ ਹੋਇਆ ਅਤੇ 1539 ਤੋਂ 1552 ਤੱਕ ਉਹਨਾਂ ਨੇ ਗੁਰਗੱਦੀ ਦੀ ਵੱਡੀ ਜ਼ਿੰਮੇਵਾਰੀ ਸੰਭਾਲੀ। ਸਭ ਤੋਂ ਅਹਿਮ ਕੰਮ ਜੋ ਹੋਇਆ ਉਹ ਸੀ ਖਡੂਰ ਸਾਹਿਬ ਨਗਰ ਵਸਾਉਣਾ। ਇਹ ਸ਼ਹਿਰ ਇੱਕ ਤਰ੍ਹਾਂ ਨਾਲ ਇਸ ਨਵੇਂ ਬਣ ਰਹੇ ਭਾਈਚਾਰੇ ਦਾ ਮੁੱਖ ਧੁਰਾ ਬਣ ਗਿਆ ਸੀ ਅਤੇ ਉਹਨਾਂ ਦਾ ਇੱਕ ਬਹੁਤ ਹੀ ਇਤਿਹਾਸਿਕ ਯੋਗਦਾਨ ਸੀ ਗੁਰਮੁਖੀ ਲਿਪੀ ਨੂੰ ਇੱਕ ਨਵਾਂ ਤਰਤੀਬਵਾਰ ਰੂਪ ਦੇਣਾ। ਗੁਰੂ ਨਾਨਕ ਦੇਵ ਜੀ ਵੱਲੋਂ ਆਰੰਭੀ 35 ਅੱਖਰੀ ਪੱਟੀ ਨੂੰ ਹੋਰ ਵੀ ਸ਼ੁੱਧ ਅਤੇ ਵਿਸਤ੍ਰਿਤ ਕੀਤਾ ਗਿਆ। ਸੱਚਮੁੱਚ ਇਹ ਇੱਕ ਬਹੁਤ ਵੱਡਾ ਗੇਮ ਚੇਂਜਰ ਸੀ, ਕਿਉਂਕਿ ਇਸਨੇ ਇੱਕ ਪੂਰੀ ਕੌਮ ਨੂੰ ਆਪਣੀ ਇੱਕ ਵੱਖਰੀ ਅਤੇ ਸੁਤੰਤਰ ਲਿਖਤੀ ਭਾਸ਼ਾ ਦੇ ਦਿੱਤੀ, ਜੋ ਉਸ ਸਮੇਂ ਦੀਆਂ ਬਾਕੀ ਭਾਸ਼ਾਵਾਂ ਤੋਂ ਬਿਲਕੁਲ ਨਿਰਾਲੀ ਸੀ। ਇੱਥੋਂ ਹੀ ਸ਼ੁਰੂ ਹੁੰਦਾ ਹੈ ਆਪਣਾ ਤੀਜਾ ਭਾਗ, ਇੱਕ ਵਿਲੱਖਣ ਪਛਾਣ ਦੀ ਸਿਰਜਣਾ। ਹੁਣ ਦੇਖੋ ਗੁਰਮੁਖੀ ਲਿਪੀ ਸਿੱਠਾਂ ਦੀਆਂ ਪਵਿੱਤਰ ਰਚਨਾਵਾਂ ਦਾ ਮੁੱਢ ਕਿਵੇਂ ਬਣੀ। ਇਸੇ ਲਿਪੀ ਦੀ ਮਦਦ ਨਾਲ ਗੁਰੂ ਅੰਗਦ ਦੇਵ ਜੀ ਨੇ ਭਾਈ ਬਾਲਾ ਜੀ ਤੋਂ ਤੱਥ ਇਕੱਠੇ ਕਰਕੇ ਪਹਿਲੀ ਜਨਮ ਸਾਖੀ ਲਿਖਵਾਈ। ਇਸ ਇੱਕ ਕਦਮ ਨਾਲ ਨਾ ਸਿਰਫ ਇਤਿਹਾਸ ਹਮੇਸ਼ਾ ਲਈ ਸੁਰੱਖਿਅਤ ਹੋਇਆ, ਸਗੋਂ ਆਮ ਲੋਕਾਂ ਨੂੰ ਗੁਰੂ ਸਾਹਿਬ ਦੇ ਜੀਵਨ ਨਾਲ ਸਿੱਧਾ ਜੁੜਨ ਅਤੇ ਸਿੱਖਣ ਦਾ ਇੱਕ ਬਹੁਤ ਵਧੀਆ ਜ਼ਰੀਆ ਵੀ ਮਿਲ ਗਿਆ। ਪਰ ਗੱਲ ਸਿਰਫ ਆਤਮਿਕ ਸਿਹਤ ਤੱਕ ਹੀ ਨਹੀਂ ਰੁਕੀ, ਸਰੀਰਕ ਤੰਦਰੁਸਤੀ ਵੀ ਓਨੀ ਹੀ ਜ਼ਰੂਰੀ ਸੀ। ਗੁਰੂ ਸਾਹਿਬ ਨੇ ਮੱਲ ਅਖਾੜਾ ਦੀ ਨਵੀਂ ਪਰੰਪਰਾ ਸ਼ੁਰੂ ਕੀਤੀ। ਸੋਚ ਕੇ ਦੇਖੋ, ਇੱਕ ਅਧਿਆਤਮਿਕ ਦਰਬਾਰ ਵਿੱਚ ਕੁਸ਼ਤੀਆਂ ਹੋ ਰਹੀਆਂ ਨੇ। ਮਕਸਦ ਬਿਲਕੁਲ ਸਾਫ਼ ਸੀ ਕਿ ਭਾਈਚਾਰਾ ਸਰੀਰਕ ਤੌਰ ਤੇ ਵੀ ਮਜ਼ਬੂਤ ਹੋਵੇ। ਧਰਮ ਨੂੰ ਸਿਰਫ ਪੂਜਾ-ਪਾਠ ਤੱਕ ਸੀਮਿਤ ਨਹੀਂ ਰੱਖਿਆ ਗਿਆ, ਸਗੋਂ ਇੱਕ ਸੰਪੂਰਨ ਅਤੇ ਸਿਹਤਮੰਦ ਜੀਵਨ ਜਾਂਚ ਬਣਾਇਆ ਗਿਆ। ਅਤੇ ਇਹ ਇਤਿਹਾਸਿਕ ਹਵਾਲਾ ਤਾਂ ਬਹੁਤ ਹੀ ਕਮਾਲ ਦਾ ਹੈ। 1540 ਈਸਵੀ ਵਿੱਚ ਜਦੋਂ ਮੁਗਲ ਬਾਦਸ਼ਾਹ ਹਿਮਾਯੂ ਸ਼ੇਰ ਸ਼ਾਹ ਸੂਰੀ ਤੋਂ ਬੁਰੀ ਤਰ੍ਹਾਂ ਹਾਰ ਗਿਆ ਤਾਂ ਉਹ ਗੁਰੂ ਅੰਗਦ ਦੇਵ ਜੀ ਦਾ ਆਸ਼ੀਰਵਾਦ ਲੈਣ ਲਈ ਖਡੂਰ ਸਾਹਿਬ ਪਹੁੰਚਿਆ। ਜ਼ਰਾ ਅੰਦਾਜ਼ਾ ਲਗਾਓ, ਇੱਕ ਹਾਰਿਆ ਹੋਇਆ ਮੁਗਲ ਬਾਦਸ਼ਾਹ ਗੁਰੂ ਦਰਬਾਰ ਵਿੱਚ ਖੜਾ ਹੈ। ਇਹ ਗੱਲ ਸਾਫ਼ ਦੱਸਦੀ ਹੈ ਕਿ ਗੁਰੂ ਸਾਹਿਬ ਦਾ ਦਰਬਾਰ ਉਸ ਸਮੇਂ ਸਿਆਸੀ ਤਾਕਤਾਂ ਤੋਂ ਉੱਪਰ ਉੱਠ ਕੇ ਇੱਕ ਬਹੁਤ ਹੀ ਵੱਡਾ ਰੂਹਾਨੀ ਅਤੇ ਨੈਤਿਕ ਕੇਂਦਰ ਬਣ ਚੁੱਕਾ ਸੀ। ਆਓ ਹੁਣ ਅੱਗੇ ਵਧੀਏ ਆਪਣੇ ਚੌਥੇ ਭਾਗ ਵੱਲ, ਜੋ ਹੈ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦਾ ਦੌਰ। ਗੁਰੂ ਅਮਰਦਾਸ ਜੀ ਦੇ ਜੀਵਨ ਤੇ ਜੇ ਝਾਤ ਮਾਰੀਏ ਤਾਂ ਉਨ੍ਹਾਂ ਦਾ ਜਨਮ 1479 ਵਿੱਚ ਹੋਇਆ ਸੀ।
ਪਰ ਸਭ ਤੋਂ ਹੈਰਾਨੀਜਨਕ ਗੱਲ ਇਹ ਹੈ ਕਿ ਉਹਨਾਂ ਨੇ ਲਗਾਤਾਰ 12 ਸਾਲ ਅਣਥੱਕ ਸੇਵਾ ਕੀਤੀ ਅਤੇ ਲਗਭਗ 73 ਸਾਲ ਦੀ ਉਮਰ ਵਿੱਚ ਜਾ ਕੇ ਉਹਨਾਂ ਨੂੰ ਗੁਰਗੱਦੀ ਸੌਂਪੀ ਗਈ। ਫਿਰ ਉਹਨਾਂ ਨੇ ਗੋਇੰਦਵਾਲ ਸਾਹਿਬ ਵਸਾਇਆ, ਜੋ ਅਗਲੇ ਕਈ ਸਾਲਾਂ ਤੱਕ ਸਿੱਖੀ ਦੇ ਪ੍ਰਸਾਰ ਦਾ ਬਹੁਤ ਵੱਡਾ ਧੁਰਾ ਬਣਿਆ ਰਿਹਾ। ਇੱਥੇ ਇੱਕ ਬਹੁਤ ਹੀ ਖਾਸ ਪੈਟਰਨ ਲਗਾਤਾਰ ਦੇਖਣ ਨੂੰ ਮਿਲ ਰਿਹਾ ਹੈ। ਗੁਰੂ ਅੰਗਦ ਦੇਵ ਜੀ ਨੇ ਗੁਰਗੱਦੀ ਲਈ ਆਪਣੇ ਪੁੱਤਰਾਂ ਦੀ ਬਜਾਏ ਅਮਰਦਾਸ ਜੀ ਨੂੰ ਚੁਣਿਆ। ਫਿਰ ਗੁਰੂ ਅਮਰਦਾਸ ਜੀ ਨੇ ਵੀ ਇਹੀ ਰਿਵਾਇਤ ਕਾਇਮ ਰੱਖੀ ਅਤੇ ਆਪਣੇ ਪੁੱਤਰਾਂ ਦੀ ਥਾਂ ਆਪਣੇ ਜਵਾਈ ਭਾਈ ਜੇਠਾ ਜੀ ਯਾਨੀ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਬਖਸ਼ੀ। ਕਹਿਣ ਦਾ ਭਾਵ ਗੁਰਗੱਦੀ ਜੱਦੀ ਪੁਸ਼ਤੀ ਨਹੀਂ ਸੀ, ਬਲਕਿ ਨਿਰੋਲ ਯੋਗਤਾ ਅਤੇ ਸੇਵਾ ਤੇ ਆਧਾਰਿਤ ਸੀ। ਉਸ ਦੌਰ ਦੇ ਰਾਜਨੀਤਿਕ ਮਾਹੌਲ ਵਿੱਚ ਇਹ ਮੈਰਿਟ ਆਧਾਰਿਤ ਪ੍ਰਣਾਲੀ ਬਿਲਕੁਲ ਹੀ ਅਨੋਖੀ ਅਤੇ ਇਨਕਲਾਬੀ ਸੀ। ਹੁਣ ਆਪਾਂ ਆਉਂਦੇ ਹਾਂ ਆਖਰੀ ਅਤੇ ਬਹੁਤ ਹੀ ਮਹੱਤਵਪੂਰਨ 5ਵੇਂ ਭਾਗ ਤੇ, ਵਿਸਥਾਰ ਅਤੇ ਸਮਾਜਿਕ ਸੁਧਾਰ। ਇਹ ਜੋ ਵਾਕ ਇੱਥੇ ਲਿਖਿਆ ਹੈ, ਸੰਗਤ ਤੋਂ ਪਹਿਲਾਂ ਪੰਗਤ, ਇਹ ਕੋਈ ਆਮ ਗੱਲ ਨਹੀਂ ਸੀ। ਇਸ ਦਾ ਸਿੱਧਾ ਜਿਹਾ ਮਤਲਬ ਸੀ ਕਿ ਜੋ ਵੀ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਆਉਂਦਾ, ਉਸ ਨੂੰ ਪਹਿਲਾਂ ਲੰਗਰ ਵਿੱਚ ਜ਼ਮੀਨ ਤੇ ਬੈਠ ਕੇ ਇੱਕੋ ਕਤਾਰ ਵਿੱਚ ਬਾਕੀਆਂ ਨਾਲ ਖਾਣਾ ਖਾਣਾ ਪੈਂਦਾ ਸੀ। ਅਮੀਰ ਹੋਵੇ ਜਾਂ ਗਰੀਬ, ਉੱਚੀ ਜਾਤ ਦਾ ਹੋਵੇ ਜਾਂ ਨੀਵੀਂ ਜਾਤ ਦਾ, ਸਭ ਬਿਲਕੁਲ ਬਰਾਬਰ। ਇਸ ਇੱਕ ਨਿਯਮ ਨੇ ਉਸ ਵੇਲੇ ਦੇ ਜਾਤੀਗਤ ਭੇਦਭਾਵ ਵਾਲੇ ਸਿਸਟਮ ਦੀਆਂ ਜੜ੍ਹਾਂ ਹੀ ਹਿਲਾ ਕੇ ਰੱਖ ਦਿੱਤੀਆਂ। ਅਤੇ ਨਿਯਮ ਇੰਨਾ ਪੱਕਾ ਸੀ ਕਿ ਜਦੋਂ ਖੁਦ ਮੁਗਲ ਬਾਦਸ਼ਾਹ ਅਕਬਰ ਗੁਰੂ ਜੀ ਨੂੰ ਮਿਲਣ ਗੋਇੰਦਵਾਲ ਸਾਹਿਬ ਆਇਆ ਤਾਂ ਉਸ ਨੂੰ ਵੀ ਜ਼ਮੀਨ ਤੇ ਬੈਠ ਕੇ ਆਮ ਲੋਕਾਂ ਨਾਲ ਹੀ ਲੰਗਰ ਛਕਣਾ ਪਿਆ। ਜਦੋਂ ਅਕਬਰ ਨੇ ਖੁਸ਼ ਹੋ ਕੇ ਲੰਗਰ ਲਈ 12 ਪਿੰਡਾਂ ਦੀ ਜ਼ਮੀਨ ਮੁਫਤ ਦੇਣੀ ਚਾਹੀ ਤਾਂ ਗੁਰੂ ਸਾਹਿਬ ਨੇ ਬਹੁਤ ਹੀ ਨਿਮਰਤਾ ਨਾਲ ਇਨਕਾਰ ਕਰ ਦਿੱਤਾ। ਕਿਉਂ? ਕਿਉਂਕਿ ਮਕਸਦ ਸਾਫ਼ ਸੀ ਕਿ ਲੰਗਰ ਸਰਕਾਰੀ ਗ੍ਰਾਂਟਾਂ ਨਾਲ ਨਹੀਂ, ਬਲਕਿ ਸੰਗਤ ਦੀ ਆਪਣੀ ਕਮਾਈ ਯਾਨੀ ਦਸਵੰਧ ਨਾਲ ਚੱਲੇਗਾ। ਇਹ ਆਤਮ ਨਿਰਭਰਤਾ ਦੀ ਸਭ ਤੋਂ ਉੱਚੀ ਮਿਸਾਲ ਸੀ। ਹੁਣ ਇਹ ਨੰਬਰ 84 ਦੇਖੋ। ਇਹ ਦਰਸਾਉਂਦਾ ਹੈ ਗੋਇੰਦਵਾਲ ਸਾਹਿਬ ਵਿਖੇ ਬਣੀ 84 ਪੌੜੀਆਂ ਵਾਲੀ ਬਾਵਲੀ ਨੂੰ। ਇਹ ਥਾਂ ਜਲਦੀ ਹੀ ਇੱਕ ਬਹੁਤ ਵੱਡਾ ਤੀਰਥ ਬਣ ਗਈ। ਵਿਸਾਖੀ ਅਤੇ ਦੀਵਾਲੀ ਵਰਗੇ ਤਿਉਹਾਰ ਇੱਥੇ ਬਹੁਤ ਉਤਸ਼ਾਹ ਨਾਲ ਮਨਾਏ ਜਾਣ ਲੱਗੇ। ਇਸ ਨਾਲ ਹੋਇਆ ਕਿ ਲੋਕਾਂ ਨੂੰ ਇਕੱਠੇ ਹੋਣ, ਵਿਚਾਰਾਂ ਦੀ ਸਾਂਝ ਕਰਨ ਅਤੇ ਇੱਕ ਦੂਜੇ ਨਾਲ ਜੁੜਨ ਦਾ ਇੱਕ ਪੱਕਾ ਕੇਂਦਰ ਮਿਲ ਗਿਆ। ਧਰਮ ਦਾ ਵਿਸਥਾਰ ਬਹੁਤ ਤੇਜ਼ੀ ਨਾਲ ਹੋ ਰਿਹਾ ਸੀ। ਇਸ ਲਈ ਇੱਕ ਮਜ਼ਬੂਤ ਪ੍ਰਸ਼ਾਸਨਿਕ ਢਾਂਚਾ ਵੀ ਚਾਹੀਦਾ ਸੀ। ਗੁਰੂ ਸਾਹਿਬ ਨੇ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ 22 ਮੰਜੀਆਂ ਯਾਨੀ ਕਿ 22 ਪ੍ਰਚਾਰ ਕੇਂਦਰ ਸਥਾਪਿਤ ਕੀਤੇ। ਹਰ ਮੰਜੀ ਦਾ ਮੁਖੀ ਇੱਕ ਬਹੁਤ ਹੀ ਨੇਕ ਅਤੇ ਸਤਿਕਾਰਿਤ ਸਿੱਖ ਹੁੰਦਾ ਸੀ। ਇਹ ਸਿਸਟਮ ਇੰਨਾ ਕਾਰਗਰ ਸੀ ਕਿ ਇਸਨੇ ਦੂਰ ਦੁਰਾਡੇ ਦੀਆਂ ਸੰਗਤਾਂ ਨੂੰ ਸਿੱਧਾ ਗੋਇੰਦਵਾਲ ਸਾਹਿਬ ਨਾਲ ਜੋੜ ਦਿੱਤਾ। ਅਤੇ ਇਹ ਸਲਾਈਡ ਬਹੁਤ ਹੀ ਸ਼ਾਨਦਾਰ ਢੰਗ ਨਾਲ ਦਰਸਾਉਂਦੀ ਹੈ ਕਿ ਗੁਰੂ ਸਾਹਿਬਾਨ ਦੀ ਸੋਚ ਉਸ ਸਮੇਂ ਤੋਂ ਕਿੰਨੀ ਅੱਗੇ ਸੀ। 1500ਵਿਆਂ ਦੇ ਦੌਰ ਵਿੱਚ ਗੁਰੂ ਅਮਰਦਾਸ ਜੀ ਨੇ ਔਰਤਾਂ ਦੇ ਹੱਕਾਂ ਲਈ ਬਹੁਤ ਵੱਡੇ ਸੁਧਾਰ ਕੀਤੇ। ਸਤੀ ਪ੍ਰਥਾ ਅਤੇ ਪਰਦਾ ਪ੍ਰਥਾ ਵਰਗੀਆਂ ਪੈੜੀਆਂ ਰਸਮਾਂ ਦਾ ਡਟ ਕੇ ਵਿਰੋਧ ਕੀਤਾ। ਇੱਥੋਂ ਤੱਕ ਕਿ ਔਰਤਾਂ ਨੂੰ ਪ੍ਰਚਾਰਕ ਅਤੇ ਇਲਾਕਿਆਂ ਦੀਆਂ ਨਿਗਰਾਨ ਵੀ ਨਿਯੁਕਤ ਕੀਤਾ ਗਿਆ। ਸੋਚ ਕੇ ਦੇਖੋ, ਉਸ ਪੁਰਾਣੇ ਦੌਰ ਵਿੱਚ ਔਰਤਾਂ ਨੂੰ ਬਰਾਬਰੀ ਦੀ ਲੀਡਰਸ਼ਿਪ ਦੇਣਾ ਕਿੰਨਾ ਵੱਡਾ ਇਨਕਲਾਬ ਸੀ। ਇਸ ਦੇ ਨਾਲ ਹੀ ਭਾਈਚਾਰੇ ਨੂੰ ਸੱਭਿਆਚਾਰਕ ਤੌਰ ਤੇ ਵੀ ਸੁਤੰਤਰ ਕਰਨ ਲਈ ਨਵੀਆਂ ਰਸਮਾਂ ਸ਼ੁਰੂ ਕੀਤੀਆਂ ਗਈਆਂ, ਜਿਵੇਂ ਕਿ ਆਨੰਦ ਕਾਰਜ ਦੀ ਸ਼ੁਰੂਆਤ। ਆਨੰਦ ਸਾਹਿਬ ਦੀ ਬਾਣੀ ਨਾਲ ਵਿਆਹ ਦੀ ਇੱਕ ਨਵੀਂ ਅਤੇ ਵੱਖਰੀ ਰਸਮ ਬਣਾਈ ਗਈ। ਜਨਮ, ਵਿਆਹ ਅਤੇ ਮੌਤ ਦੀਆਂ ਇਹਨਾਂ ਵੱਖਰੀਆਂ ਰਸਮਾਂ ਨੇ ਇਹ ਪੱਕਾ ਕਰ ਦਿੱਤਾ ਕਿ ਭਾਈਚਾਰਾ ਨਾ ਸਿਰਫ ਵਿਚਾਰਾਂ ਵਿੱਚ, ਸਗੋਂ ਆਪਣੇ ਰੋਜ਼ਾਨਾ ਦੇ ਸਮਾਜਿਕ ਜੀਵਨ ਵਿੱਚ ਵੀ ਪੂਰੀ ਤਰ੍ਹਾਂ ਆਤਮ ਨਿਰਭਰ ਅਤੇ ਨਿਰਾਲਾ ਹੈ। ਹੁਣ ਇਸ ਸਾਰੇ ਇਤਿਹਾਸ ਨੂੰ ਬਾਰੀਕੀ ਨਾਲ ਘੋਖਣ ਤੋਂ ਬਾਅਦ ਸਾਡੇ ਸਾਹਮਣੇ ਇੱਕ ਬਹੁਤ ਹੀ ਦਿਲਚਸਪ ਸਵਾਲ ਖੜਾ ਹੁੰਦਾ ਹੈ। ਜਿਵੇਂ ਉਸ ਦੌਰ ਵਿੱਚ ਗੁਰੂ ਸਾਹਿਬਾਨ ਨੇ ਆਪਣੇ ਮੂਲ ਸਿਧਾਂਤਾਂ ਨੂੰ ਕਾਇਮ ਰੱਖਦਿਆਂ ਹੋਇਆਂ ਨਵੀਆਂ ਸੰਸਥਾਵਾਂ ਦਾ ਢਾਂਚਾ ਖੜਾ ਕੀਤਾ। ਅੱਜ ਦੇ ਆਧੁਨਿਕ ਸਮਾਜ ਵਿੱਚ ਆਪਾਂ ਆਪਣੇ ਪੁਰਾਤਨ ਅਤੇ ਬੁਨਿਆਦੀ ਸਿਧਾਂਤਾਂ ਨੂੰ ਕਿਵੇਂ ਸਾਂਭ ਸਕਦੇ ਹਾਂ, ਜਦਕਿ ਸਾਡੀਆਂ ਸਮਾਜਿਕ ਸੰਸਥਾਵਾਂ ਲਗਾਤਾਰ ਬਦਲ ਅਤੇ ਵੱਡੀਆਂ ਹੋ ਰਹੀਆਂ ਹਨ? ਇਹ ਸੰਤੁਲਨ ਕਿਵੇਂ ਬਣੇਗਾ? ਇਹ ਇਤਿਹਾਸ ਸਾਨੂੰ ਅੱਜ ਵੀ ਬਹੁਤ ਕੁਝ ਸੋਚਣ ਲਈ ਮਜਬੂਰ ਕਰਦਾ ਹੈ। ਅੱਜ ਦੇ ਇਸ ਵਿਆਖਿਆ ਵਿੱਚ ਸਾਡੇ ਨਾਲ ਜੁੜਨ ਲਈ ਆਪ ਸਭ ਦਾ ਬਹੁਤ-ਬਹੁਤ ਧੰਨਵਾਦ। ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਤੁਸੀਂ ਇਸ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ।